जयकारा पौना हरि बाबा जी दा। बोल सच्चे दरबार की जय। जयकारा श्री सिद्ध अहमद नीले बड़े दा। बोल सच्चे दरबार की जय। पौना हरि बाबा जी दे वास्ते ਜਾਂ ਉਹਨਾਂ ਦੀ ਉਸਤਤੀ ਦੇ ਬਾਰੇ ਜਾਂ ਉਹਨਾਂ ਦੀ ਪ੍ਰਾਰਥਨਾ ਦੇ ਬਾਰੇ ਜਾਂ ਉਹਨਾਂ ਨੂੰ ਜਾਣਨ ਦੇ ਬਾਰੇ ਇੱਕ ਬਹੁਤ ਬੜਾ ਡੂੰਘਾ ਰਹੱਸ ਹੈ। ਜੇ ਆਪਾਂ ਗੱਲ ਪੌਣਾ ਹਰੀ ਬਾਬਾ ਜੀ ਦੀ ਕਰੀਏ ਕਿ ਪੌਣਾ ਹਰੀ ਬਾਬਾ ਜੀ ਅਵਤਾਰ ਕਦੋਂ ਧਾਰਿਆ, ਕਿਹੜੇ ਕਿਹੜੇ ਕੰਮ ਪੌਣਾ ਹਰੀ ਬਾਬਾ ਜੀ ਨੇ ਇਸ ਕਲਯੁਗ ਦੇ ਵਿੱਚ ਕਰੇ, ਜਾਂ ਕਿਹੜੇ ਕਿਹੜੇ ਕੰਮ ਪੌਣਾ ਹਰੀ ਬਾਬਾ ਜੀ ਇਸ ਟਾਈਮ ਕਰਦੇ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪੌਣਾ ਹਰੀ ਬਾਬਾ ਜੀ ਨੇ ਆਪਣੇ ਲਈ ਤਾਂ ਬਹੁਤਾ ਕੁਛ ਨਹੀਂ ਕਰਿਆ ਹੈ। ਜੇ ਕਰਿਆ ਤਾਂ ਲੋਕਾਂ ਦੇ ਵਾਸਤੇ, ਸਮਾਜ ਦੇ ਵਾਸਤੇ, ਧਰਤੀ ਆਕਾਸ਼ ਦੇ ਵਾਸਤੇ, ਕਿ ਇਹ ਜਿਹੜੀ ਧਰਤੀ ਹੈ ਜਿੱਥੇ ਤਪ ਕਰਨਾ ਹੈ ਇਹ ਧਰਤੀ ਵੀ ਸ਼ੁੱਧ ਹੋ ਜਾਵੇ। ਦੂਸਰੀ ਗੱਲ, ਜੇ ਉਹਨਾਂ ਨੇ ਇਹ ਤਪ ਕੀਤਾ ਹੈ, ਤਪ ਕਰਨ ਤੋਂ ਬਾਅਦ ਜੇ ਕੋਈ ਮੰਨਤ ਕਰਦਾ ਪੌਣਾ ਹਰੀ ਚਰਨਾਂ 'ਚ, ਕੋਈ ਬੇਨਤੀ ਅਰਦਾਸ ਕਰਦਾ ਹੈ, ਤਾਂ ਉਹਨਾਂ ਨੇ ਇੰਨਾ ਬੜਾ ਬਲ, ਇੰਨੀ ਬੜੀ ਸ਼ਕਤੀ ਪ੍ਰਾਪਤ ਕਰ ਲਈ ਕਿ ਮੈਂ ਇੰਨਾ ਬੜਾ ਸੰਪੂਰਨ ਹੋ ਜਾਵਾਂ ਕਿ ਮੈਂ ਜਿਹਨੂੰ ਵੀ ਚਾਹਾਂ ਉनको ਦੇ ਸਕਾਂ। ਰਹੀ ਗੱਲ, ਕਈ ਭਗਤ ਇਸ ਗੱਲ 'ਚ मैं गल कह देनी चाहना, कई भगत इस गल दे विच थोड़ा जिहा रौंग भी कह सकदा मैं, जां कोई उन्हां दी अपनी बुद्धि के मुताबिक जां उन्हां नूं अपनी सोच के मुताबिक गल करदे आ। ओह कई तां ये गल करदे है कि पौना हरी बाबा जी सिर ते जटावां है नहीं गी। पहली गल तां यह है कि इतिहास इस चीज़ का गवाह है कि 9 नाथ 84 सिद्ध वो बगैर जटावां तो कोई होया ही नहीं। फर्स्ट गल है। नंबर 2, अगर आपां गल करिए उन्हां दे दर्शन दीदार दी, जे मैं कहां कि मैनों बाबा जी दे दर्शन होए, उन्हां दे दर्शन, बाबा जी दर्शन जिहड़े है वो दर्शन करने वाला भी आदमी जिहड़ा है वो उन्हां दे दर्शन भी सहन नहीं कर सकता। जे वो अपने सही रूप दे विच दर्शन दे देण तां उन्हां दे दर्शन दीदार जिहड़े है वो भी आपां सही तरीके नाल नहीं कर सकते। जे वो सही अपनी जिहड़ी व्यवस्था दे विच है, जिहड़ी अपनी वो रूप दे विच है, जे उन्हां दर्शन असीं कर लईए ਜਾਂ ਕੋਈ ਭਗਤ ਕਰਦਾ ਹੈ ਤਾਂ ਉਹ ਮੈਂ ਸਮਝਦਾ ਕਿ ਉਹ ਨਾਮੁਮਕਿਨ ਹੈ। ਉਹ ਕਲਾਧਾਰੀ ਹੈ। ਹਰ ਇੱਕ ਮੂਰਤੀ ਬਾਬਾ ਜੀ ਦੀ, ਚਾਹੇ ਉਹ ਸ਼੍ਰੀ ਸਿੱਧ ਧਾਮ ਮੰਦਰ ਦੇ ਵਿੱਚ ਹੈ, ਚਾਹੇ ਉਹ ਕਿਸੇ ਦੇ ਘਰ ਦੇ ਵਿੱਚ ਬਿਰਾਜਮਾਨ ਹੈ, ਹਰ ਇੱਕ ਮੂਰਤੀ, ਕਦੇ ਵੀ ਇੱਕ ਮੂਰਤੀ ਦੂਸਰੀ ਮੂਰਤੀ ਨਾਲ ਮਿਲਦੀ ਜੁਲਦੀ ਨਹੀਂ। ਇੱਕ ਇਤਿਹਾਸ ਹੈ, ਇੱਕ ਪੌਣਾ ਹਰੀ ਦੀ ਕਲਾ ਹੈ, ਤੁਸੀਂ ਸਾਰਿਆਂ ਨੇ ਦੇਖਿਆ। ਉਹ ਤੋਂ ਬਾਅਦ ਜੇ ਪੌਣਾ ਹਰੀ ਦੀਆਂ ਗੱਲਾਂ ਤਾਂ ਆਪਾਂ ਕਰ ਨਹੀਂ ਸਕਦੇ, ਕਿਉਂਕਿ ਉਹ ਇੱਕ ਬ੍ਰਹਮ ਸ਼ਕਤੀ ਹੈ। ਉਹਨਾਂ ਦਾ ਇੱਕ ਸੂਖਸ਼ਮ ਰੂਪ ਹੈ। ਉਹ ਆਪਣੇ ਜਿਹੜਾ ਸਰੀਰ ਨੂੰ ਬਹੁਤ ਵੱਡਾ ਆਕਾਰ ਬਣਾ ਸਕਦੇ ਹੈ ਔਰ ਆਪਣੇ ਸਰੀਰ ਨੂੰ ਇੱਕ ਬਿਲਕੁਲ ਛੋਟਾ ਜਿਹਾ ਸੂਖਸ਼ਮ ਸਰੀਰ ਬਣਾ ਸਕਦੇ ਹੈ, ਜਿਹੜੇ ਪੌਣ ਦੇ ਵਿੱਚ, ਹਵਾ ਦੇ ਵਿੱਚ ਉੱਡ ਸਕਦੇ ਹੈ, ਤਾਂ ਉਹ ਆਪਣੇ ਸਰੀਰ ਨੂੰ ਕਿਸੇ ਵੀ ਰੂਪ ਦੇ ਵਿੱਚ ਧਾਰਨ ਕਰ ਸਕਦੇ ਹੈ। ਜੈਕਾਰਾ ਪੌਣਾ ਹਰੀ ਦਾ। बोलो सच्चे दरबार की जय। ਬਾਬਾ ਜੀ ਮਾਤਾ ਰਤਨੋਂ ਦੀਆਂ ਗਊਆਂ ਚਰਾਉਣ ਤੋਂ ਪਹਿਲਾਂ ਬਾਬਾ ਜੀ ਨੇ ਗਊਆਂ ਚਰਾਈਆਂ ਇੱਕ ਗਵਾਲੇ ਦੀਆਂ। ਉਸ ਗਵਾਲੇ ਦਾ ਨਾਮ ਜਮਨਾ ਦਾਸ, ਉਹਦੀਆਂ ਗਊਆਂ ਚਰਾਈਆਂ ਬਾਬਾ ਜੀ ਨੇ 12 ਸਾਲ। ਜਮਨਾ ਦਾਸ ਦੀਆਂ ਗਊਆਂ ਚਰਾਉਣ ਤੋਂ ਬਾਅਦ एक मीन गोद का कुछ शख्स है, मीन, उसका गोद मीन है।
मीन गोत ਦੇ ਇੱਕ ਸ਼ਖਸ ਦੀਆਂ ਗਊਆਂ ਚਰਾਈਆਂ, ਉਹ ਵੀ ਬਗੈਰ ਕੁਛ ਲਿਆਂ ਦਿੱਤੀਆਂ, ਫ੍ਰੀ ਦੇ ਵਿੱਚ ਗਊ ਸੇਵਾ ਕੀਤੀ। ਉਹ ਤੋਂ ਬਾਅਦ ਪੌਣਾ ਹਰੀ ਬਾਬਾ ਜੀ ਸ਼ਾਹਤਲਾਈ ਨਗਰੀ ਵਿੱਚ ਪਹੁੰਚੇ। ਉੱਥੇ ਉਹਨਾਂ ਨੇ ਮਾਤਾ ਰਤਨੂ ਦੀਆਂ ਗਊਆਂ ਚਰਾਈਆਂ 12 ਸਾਲ, ਉਹ ਵੀ ਫ੍ਰੀ ਦੇ ਵਿੱਚ। ਫਰੀ ਦੇ ਵਿੱਚ ਚਾਰਨ ਦਾ ਇੱਕ ਮਤਲਬ ਕਿਹਾ ਹੈ ਕਿ ਉਹਨਾਂ ਨੇ ਗਊ ਦੀ ਜਿਹੜੀ ਸੇਵਾ ਹੈ ਉਹਨੂੰ ਸਭ ਤੋਂ ਉੱਤਮ ਸਮਝਿਆ ਕਿ ਜਿਹੜੀ ਗਊ ਦੀ ਸੇਵਾ ਹੈ, ਗਊ ਦੀ ਸੇਵਾ ਕਰਨ ਦੇ ਨਾਲ 33 ਕਰੋੜ ਦੇਵੀ ਦੇਵਤਾ ਜਿਹੜਾ ਹੈ ਉਹ ਖੁਸ਼ ਹੁੰਦਾ ਹੈ। ਉਹਨਾਂ ਨੇ ਉਹ ਗਊ ਦੇ ਰੂਪ ਦੇ ਵਿੱਚ 33 ਕਰੋੜ ਦੇਵੀ ਦੇਵਤੇ ਦੀ ਜਿਹੜੀ ਆਰਾਧਨਾ ਕੀਤੀ ਗਊਆਂ ਚਰਾ ਕੇ। ਪੌਣਾ ਹਰੀ ਇੱਕ ਬ੍ਰਹਮ ਸ਼ਕਤੀ ਹੈ, ਉਹ ਮਹਾ ਸ਼ਕਤੀ ਹੈ। ਰਹੀ ਗੱਲ ਉਹਨਾਂ ਦੇ ਬਿਰਾਜਮਾਨ ਹੋਣ ਦੀ, ਵੀ ਮੈਂ ਗੱਲ ਕਹਿ ਦੇਣੀ ਚਾਹੁੰਦਾ, ਜਦੋਂ ਉਹ ਕਿਸੇ ਦੇ ਆਪਾਂ ਉਹਨੂੰ ਇੱਕ ਪੌਣ ਵੀ ਕਹਿ ਦਿੰਦੇ ਹਾਂ, ਜਾਂ ਆਪਾਂ ਇੱਕ ਬਿਰਾਜਮਾਨ ਵੀ ਕਹਿ ਦਿੰਦੇ ਹਾਂ, ਜਾਂ ਇੱਕ ਅਨਪੜ੍ਹ ਦਾ ਸ਼ਬਦ ਹੈ ਭਾਰ, ਉਹ ਵੀ ਕਹਿ ਦਿੰਦੇ ਹਾਂ। ਉਹ ਇੱਕ ਅਨਪੜ੍ਹ ਸ਼ਬਦ ਹੈ ਭਾਰ। ਲੇਕਿਨ ਜੇ ਪੌਣਾ ਹਰੀ ਕਿਸੇ ਦੇ ਸਿਰ ਬਿਰਾਜਮਾਨ ਹੈ ਤਾਂ ਉਹ ਜਦੋਂ ਉਹ ਸ਼ਕਤੀ ਜਿਹੜੀ ਹੈ ਤੁਹਾਡੇ ਸਰੀਰ ਦੇ ਵਿੱਚ ਐਂਟਰੀ ਕਰਦੀ ਹੈ ਤਾਂ ਤੁਹਾਡੇ ਸਰੀਰ ਨੂੰ ਉਹ ਉਥਲ ਪੁਥਲ ਕਰ ਦਿੰਦੀ ਹੈ। ਤੁਹਾਡਾ ਸਰੀਰ ਉਹ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ। ਇਸ ਕਰਕੇ ਕਿਸੇ ਜਿਸ ਭਗਤ 'ਤੇ ਜਾਂ ਕਿਸ ਇਨਸਾਨ 'ਤੇ ਜਾਂ ਕਿਸੇ 'ਤੇ ਵੀ ਬਿਰਾਜਮਾਨ ਹੋਣ ਦੀ ਸਥਿਤੀ ਦੇ ਵਿੱਚ ਤਾਂ ਉਹ ਬੰਦਾ ਗਿਰਦਾ ਕਿਉਂ ਹੈ ਇੱਧਰ ਉੱਧਰ? ਉਹਦਾ ਇਹੀ ਕਾਰਨ ਹੈ ਕਿ ਉਹ ਤਾਂ ਗਿਰਦਾ ਹੈ ਕਿ ਉਹ ਜਿਹੜੀ ਸ਼ਕਤੀ ਹੈ ਉਹਨੂੰ ਉਹ ਅਡਹੋਕ ਨਹੀਂ ਕਰ ਸਕਦਾ, ਉਹਨੂੰ ਉਹ ਜਜ਼ਮ ਨਹੀਂ ਕਰ ਸਕਦਾ। ਜਿਹੜੀ ਉਹ ਸ਼ਕਤੀ ਹੈ, ਕਿਹੜੀ ਸ਼ਕਤੀ? ਪੌਣਾ ਹਰੀ ਸ਼ਕਤੀ। ਉਹਨਾਂ ਦੇ ਅਨੇਕਾਂ ਰੂਪ ਹੈ। ਉਹਨਾਂ ਦੇ ਤਪੱਸਿਆ ਜਿਹੜੀ ਹੈ ਘੋਰ ਤਪੱਸਿਆ ਹੈ। ਪੌਣਾ ਹਰੀ ਬਾਬਾ ਜੀ ਨੇ ਹਿਸਟਰੀ ਗਵਾਹ ਹੈ ਚੀਜ਼ ਦੀ ਕਿ ਇਸ ਜੀਭ ਦਾ ਸਵਾਦ ਨਹੀਂ ਚੈੱਕ ਕੀਤਾ, ਇਸ ਜੀਭ ਦੇ ਨਾਲ ਸਵਾਦ ਨਹੀਂ ਚੈੱਕ ਕੀਤਾ ਕਿ ਚੀਜ਼ ਕੌੜੀ ਹੈ, ਮਿੱਠੀ ਹੈ, ਖੱਟੀ ਹੈ, ਕਿਆ ਹੈ। ਉਹਨਾਂ ਨੂੰ ਆਪਾਂ ਤਾਂ ਪੌਣਾ ਹਰੀ ਕਹਿੰਦੇ ਹਾਂ। ਪੌਣਾ ਹਰੀ ਤਾਂ ਕਹਿੰਦੇ ਹਾਂ ਕਿ ਉਹਨਾਂ ਨੇ ਪੌਣ ਮਤਲਬ ਹਵਾ ਦਾ ਆਹਾਰ ਲਿਆ, ਹਵਾ ਖਾਧੀ। ਔਰ ਪੌਣ ਰੂਪ ਦੇ ਵਿੱਚ ਪੌਣਾ ਹਰੀ ਉੱਡੇ। ਮੋਰ ਤੇ ਸਵਾਰ ਨਹੀਂ ਪੌਣਾ ਹਰੀ ਉੱਡੇ, ਹਿਸਟਰੀ ਗਵਾਹ ਹੈ। ਪੌਣਾ ਹਰੀ ਆਪਣਾ ਸਾਖਸ਼ਾਤ ਸਰੀਰ ਲੈ ਕੇ ਉੱਡ ਗਏ, ਤਾਂ ਆਪਾਂ ਉਹਨੂੰ ਪੌਣਾ ਹਰੀ ਕਹਿੰਦੇ ਹਾਂ। ਉਹ ਤੋਂ ਬਾਅਦ ਆਪਾਂ ਪੌਣਾ ਹਰੀ ਨੂੰ ਇੱਕ ਸ਼ਬਦ ਬੋਲਦੇ ਹਾਂ, ਦੁੱਧਾ ਧਾਰੀ। ਦੁੱਧਾ ਧਾਰੀ ਦਾ ਮਤਲਬ ਅਰਥ ਕਿਆ ਹੈ ਕਿ ਜਦੋਂ ਗੁਰੂ ਗੋਰਖਨਾਥ ਜੀ ਨੇ ਪੌਣਾ ਹਰੀ ਬਾਬਾ ਜੀ ਦੇ ਕੰਨਾਂ ਦੇ ਵਿੱਚ ਮੁੰਦਰਾਂ ਪਵਾਉਣ ਦੀ ਕੋਸ਼ਿਸ਼ ਕੀਤੀ, ਉਸ ਸਮੇਂ ਉਹਨਾਂ ਦੇ ਕੰਨਾਂ ਦੇ ਵਿੱਚੋਂ ਖੂਨ ਦੀ ਜਗ੍ਹਾ ਦੁੱਧ ਨਿਕਲਿਆ, ਤਾਂ ਆਪਾਂ ਉਹਨਾਂ ਨੂੰ ਦੁੱਧਾ ਧਾਰੀ ਕਹਿੰਦੇ ਹਾਂ। ਫਿਰ ਆਪਾਂ ਕਿਆ ਕਹਿੰਦੇ ਹਾਂ? ਅੱਜ ਕੱਲ੍ਹ ਇੱਕ ਫੈਸ਼ਨ ਬਣ ਗਿਆ ਕਿ ਜਿਹੜਾ ਕੋਈ ਕਾਰਜ ਕਰਦਾ ਉਹਨੂੰ ਕਹਿੰਦੇ ਫਲਾਨਾ। ਜੇ ਕੋਈ ਗਊਆਂ ਚਰਾ ਰਿਹਾ ਉਹਨੂੰ ਕਹਿੰਦੇ ਗਊਆਂ ਵਾਲਾ, ਜਾਂ ਕੋਈ ਕੁਛ ਵੀ ਕਰ ਰਿਹਾ ਉਹਦੇ ਨਾਂ ਦੇ ਨਾਲ ਉਹ ਲਾਤਾ ਕਿ ਉਹ ਫਲਾਨੇ ਵਾਲਾ। ਪੌਣਾ ਹਰੀ ਸੰਪੂਰਨ ਹੈ, ਪੌਣਾ ਹਰੀ ਗਊਆਂ ਵਾਲਾ ਆਪਾਂ ਇੱਕ ਉਪਾਧੀ ਹੈ, ਉਹ ਪੌਣਾ ਹਰੀ ਨੂੰ ਮਿਲੀ ਹੈ। ਗਊਆਂ ਵਾਲੇ ਉਹਨਾਂ ਨੇ ਗਊਆਂ ਦੀ ਸੇਵਾ ਕੀਤੀ ਹੈ। ਜਦੋਂ ਵੀ ਕੋਈ ਗਊਆਂ ਦੇ ਸੰਕਟ ਹੋਇਆ ਤਾਂ ਉਸ ਪੌਣਾ ਹਰੀ ਸ਼ਹਿਨਸ਼ਾਹ ਨੇ ਆ ਕੇ ਗਊਆਂ ਦੀ ਰਾਖੀ ਕੀਤੀ ਹੈ। ਉਹ ਤੋਂ ਬਾਅਦ ਕੁਛ ਮੇਰੇ ਗੱਲ ਵਿਚਾਰ 'ਚ ਆਈ ਹੈ ਚਰਨ ਗੰਗਾ ਦੇ ਵਾਸਤੇ। ਜਿਹੜੀ ਚਰਨ ਗੰਗਾ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੈਂ ਕਿਸੇ ਨਾਲ ਚੈਲੰਜ ਨਹੀਂ ਕਰਦਾ। ਜਿੱਥੇ ਬਾਬਾ ਜੀ ਦਾ ਧੂਣਾ ਬਿਰਾਜਮਾਨ ਹੈ ਅੱਜ ਸ਼ਾਹਤਲਾਈ ਦੇ ਵਿੱਚ, ਉੱਥੇ ਇਹ ਨਦੀ ਜਿਹੜੀ ਇੱਕ ਸੀਗੀ ਪਹਿਲੇ, ਜਿਹੜੀ ਸ਼ਾਹਤਲਾਈ ਧੂਣੇ ਨੂੰ ਟੱਚ ਕਰਦੀ ਹੈ, ਇੱਕ ਨਦੀ। ਜਦੋਂ ਪੌਣਾ ਹਰੀ ਨੇ ਆ ਕੇ ਉੱਥੇ ਆਪਣੀ ਯੋਗਿਕ ਮਾਇਆ ਦੇ ਨਾਲ ਤਪ ਸ਼ੁਰੂ ਕੀਤਾ ਤਾਂ ਉਹਨਾਂ ਨੇ ਇੱਕ ਨਦੀ ਦੀਆਂ 2 ਨਦੀਆਂ ਕੀਤੀਆਂ।
ਜਦੋਂ ਆਪਾਂ ਐਂਟਰੀ ਕਰਦੇ ਹਾਂ ਸ਼ਾਹਤਲਾਈ ਦੇ ਵਿੱਚ, ਉਹਦਾ ਨਾਮ ਉਪ ਨਦੀ ਹੈ। ਜਦੋਂ ਆਪਾਂ ਸ਼ਾਹਤਲਾਈ ਕ੍ਰੋਸ ਕਰਕੇ ਗੁਫਾ ਵੱਲ ਨੂੰ ਜਾਂਦੇ, ਉਹਦਾ ਨਾਮ ਚਰਨ ਗੰਗਾ। ਚਰਨ ਗੰਗਾ ਦਾ ਮਤਲਬ ਚਰਨ ਛੋਹ। ਉਹਨਾਂ ਦੀ ਚਰਨ ਛੋਹ, ਉਹ ਪਾਣੀ ਜਿਹੜਾ ਹੈ ਉਹਨਾਂ ਦੇ ਚਰਨਾਂ ਨੂੰ ਲੱਗਿਆ ਹੋਇਆ ਹੈ। ਕਿਸੇ ਭਗਤ ਨੇ ਐਂ ਵੀ ਕਹੀ ਗੱਲ ਕਿ ਇਹ ਜਿਹੜੀ ਚਰਨ ਗੰਗਾ ਹੈ ਇਹ ਗੁਫਾ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ, ਹੋ ਸਕਦਾ ਉਹਨੂੰ ਆਪਾਂ ਚਰਨ ਗੰਗਾ ਕਹਿੰਦੇ ਹਾਂ। ਪੌਣਾ ਹਰੀ ਦਾ ਇਤਿਹਾਸ ਜਿਹੜਾ ਹੈ ਉਹ ਬਹੁਤ ਵੱਡਾ ਹੈ। ਪੌਣਾ ਹਰੀ ਬਾਬਾ ਜੀ ਨੇ ਸ਼ਾਹਤਲਾਈ ਦੇ ਵਿੱਚ ਬੋੜ ਦੇ ਥੱਲੇ ਜਾਂ ਗਰੂਨਾ ਝਾੜੀ ਹੇਠ ਉੱਥੇ ਨਹੀਂ ਤਪ ਕੀਤਾ, ਉਹਨਾਂ ਨੇ ਉਹ ਸਾਰੀ ਧਰਤੀ 'ਤੇ ਹੀ ਤਪ ਕੀਤਾ। ਅੰਗਰੇਜ਼ ਸ਼ਾਸਨ ਦੇ ਵਿੱਚ, ਮੁਗਲ ਸਾਮਰਾਜ ਦੇ ਵਿੱਚ ਉਹ ਜਿਹੜੀ ਹਿਸਟਰੀ ਸੀ ਉਹ ਸਾਰੀ ਤਰੋੜ ਮਰੋੜ ਦਿੱਤੀ, ਔਰ ਕੁਛ ਹਿਸਟਰੀ ਉਹ ਅੰਗਰੇਜ਼ ਜਾਂ ਮੁਗਲ ਉਠਾ ਕੇ ਲੈ ਗਏ। ਉਹ ਸਾਨੂੰ ਹਿਸਟਰੀ ਨਹੀਂ ਮਿਲ ਰਹੀ। ਲੇਕਿਨ 1982 ਦੇ ਵਿੱਚ ਜਿਹੜੀ ਹਿਸਟਰੀ ਸੈਂਸਰ ਹੋਈ ਹੈ ਗੁਫਾ ਤੋਂ, ਉਹ ਹਿਸਟਰੀ ਦੱਸਦੀ ਹੈ ਕਿ ਪੌਣਾ ਹਰੀ ਇੱਕ ਪਾਵਰ ਹੈ। ਪੌਣਾ ਹਰੀ ਅੱਜ ਵੀ ਹੈ, ਪੌਣਾ ਹਰੀ ਕੱਲ੍ਹ ਵੀ, ਤੇ ਪੌਣਾ ਹਰੀ ਕੱਲ੍ਹ ਨੂੰ ਵੀ ਹੈ। ਸਾਰਿਆਂ ਭਗਤਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਹੈ ਕਿਸੇ ਵੀ ਦਰਬਾਰ ਵਿੱਚ ਆਉਂਦੀ ਹੈ, ਉੱਥੇ ਪੌਣਾ ਹਰੀ ਬਿਰਾਜਮਾਨ ਹੈ। ਹਰ ਇੱਕ ਨੂੰ ਇੱਕ ਸੇਧ ਦਿਓ ਕਿ ਪੌਣਾ ਹਰੀ ਨੂੰ ਆਪਾਂ ਮੰਨਣ ਦੇ ਨਾਲੋਂ ਪੌਣਾ ਹਰੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਕਿ ਪੌਣਾ ਹਰੀ ਆਪਾਂ ਸਮਝਣਾ ਹੈ। ਜੇ ਆਪਾਂ ਪੌਣਾ ਹਰੀ ਨੂੰ ਸਮਝ ਗਏ ਤਾਂ ਮੰਨਣ ਦੇ ਨਾਲੋਂ ਵੀ ਤੁਹਾਨੂੰ ਜਿਹੜਾ ਉਹਦਾ ਫਲ ਹੈ ਉਹ ਵੱਧ ਪ੍ਰਾਪਤ ਹੋਣਾ। ਪੌਣਾ ਹਰੀ ਨੂੰ ਸਮਝਣਾ ਹੈ ਮੰਨਣ ਦੇ ਨਾਲੋਂ ਜ਼ਿਆਦਾ। ਜੈਕਾਰਾ ਪੌਣਾ ਹਰੀ ਬਾਬਾ ਜੀ ਦਾ। ਬੋਲੋ ਸੱਚੇ ਦਰਬਾਰ ਕੀ ਜੈ।